ਦੀਆਂ ਘੜੀਆਂ ਗੁਰੂ ਲੇਖੇ ਲਾ ਰਹੇ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਧੁਰ ਕੀ ਬਾਣੀ ਅਕਾਲੀ ਬਾਣੀ ਦਾ ਪਰਮ ਆਨੰਦ ਪ੍ਰਾਪਤ ਕਰ ਰਹੇ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ, ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰਾਂ ਦੇ ਸ਼ਬਦ ਦੇ ਵਿਚਾਰ ਨਾਲ ਜੋੜੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ। ਰਾਗ ਬੈਰਾੜੀ ਹੈ। ਬੈਰਾੜੀ ਰਾਗ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸਾਨੂੰ ਸਾਰੇ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿਹੜੇ ਹਰੀ ਦੇ ਜਨ ਹਨ ਉਹ ਹਮੇਸ਼ਾ ਰਾਮ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਉਹ ਕਹਿੰਦੇ ਸਾਡੇ ਕੋਲ ਹੋਰ ਗੱਲਾਂ ਕਰਨ ਦਾ ਫਜ਼ੂਲ ਸਮਾਂ ਹੀ ਨਹੀਂ ਹੈ, ਵੇਲ ਹੀ ਨਹੀਂ ਹੈ। ਅਸੀਂ ਚਾਹੁੰਦੇ ਹਾਂ ਸਾਡਾ ਸਾਰਾ ਸਮਾਂ ਰਾਮ ਨਾਮ ਦੇ ਗੁਣਾਂ ਨੂੰ ਗਾਇਨ ਕਰਦਿਆਂ ਬਤੀਤ ਹੋਵੇ। ਹਰੀ ਦੇ ਜਨਾਂ ਦੀ ਅਵਸਥਾ, ਹਰ ਜਨ ਜੋ ਹਰੀ ਦੇ ਜਨ ਹਨ। ਹਰ ਜਨ ਹਰ ਅੰਤਰ ਨਹੀਂ, ਹਰੀ ਦੇ ਜਨਾਂ ਵਿੱਚ ਔਰ ਹਰੀ ਵਿੱਚ ਨੌਵੇਂ ਪਾਤਸ਼ਾਹ ਕਹਿੰਦੇ ਕੋਈ ਅੰਤਰਾ ਨਹੀਂ ਹੈ, ਕੋਈ ਫਰਕ ਨਹੀਂ ਹੈ। ਇੱਕ ਮਿਕ ਨੇ ਦੋਵੇਂ। इतनी एकता हो गई है कि हुण कदे वखरेवा नहीं हो सकता, हुण कदे वो भिन्न नहीं हो सकते, वखरे नहीं हो सकते। जिवें कोई पानी का भरिया गिलास तुसीं सरोवर विच मिला दिओ तां सरोवर विच मिलिया होया वो पानी तुसीं उहदे तों वखरा नहीं कर सकते, अलग नहीं कर सकते। इसे तरह हरी दे जन राम दे विच मिल के इस तरह अभेद ते एकमिक हो गए ने कि हुण वो हरी तो वखरे नहीं हन, हरी विच मिल के हरी रूप हो गए ने। तो राम दे नाम दे गुणां नूं हरी दे जन गायन करदे हन। जे कोई निंदा करे हर जन की अपना गुण ना गवावे। ते जे कोई हरी दे जनां दी निंदा करे, संसार विच भांत भांत दे जीव परमेश्वर ने पैदा कीते ने। कली काल दे समय दी सब तो वड्डी निशानी है कि हरि दे जनां दी निंदा करन वाले निंदक वध होणगे। साहब दे बचन ने राते की निंदा करे ऐसा कल मैं डीठा। कलयुग विच असीं ये वेखिया कि रंगिया होयां दी परमेश्वर दी बंदगी करन वालियां दी निंदा करदे ने लोग।
ਸਤਿਪੁਰਸ਼ਾਂ ਦੀ ਨਿੰਦਾ ਕਰਨ ਵਾਲਿਆਂ ਦੀ ਤੋੜ ਨਹੀਂ ਨਿਭਦੀ, ਉਹਨਾਂ ਦੀ ਜ਼ਿੰਦਗੀ ਅੱਧ ਵਿੱਚੋਂ ਟੁੱਟ ਜਾਂਦੀ। 13ਵੀਂ ਅਸ਼ਟਪਦੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਮਹਾਰਾਜ ਪੰਚਮ ਗੁਰਦੇਵ ਨੇ ਸਤਿਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਨਿੰਦਕਾਂ ਦੀ ਕੀ ਹਾਲਤ ਹੁੰਦੀ ਹੈ, ਉਹਦਾ ਵਰਣਨ ਬੜੇ ਵਿਸਥਾਰ ਨਾਲ ਕੀਤਾ। ਹਰੀ ਦੇ ਜਨਾਂ ਦੀ ਜੇ ਕੋਈ ਨਿੰਦਾ ਕਰੇ, ਹੁੰਦੀ ਹੈ, ਲੋਕਾਂ ਨੇ ਤਾਂ ਕਬੀਰ ਦੀ ਵੀ ਭੰਡੀ ਕੀਤੀ, ਲੋਕਾਂ ਤਾਂ ਰਵਿਦਾਸ ਨੂੰ ਵੀ ਮਾੜਾ ਕਿਹਾ, ਇਹਨਾਂ ਲੋਕਾਂ ਨੇ ਤਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਕੁਰਾਈਆ ਤੱਕ ਕਹਿ ਦਿੱਤਾ। ਹੈਣ ਐਸੇ ਲੋਕ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ, ਪਰ ਰੱਬ ਦੇ ਪਿਆਰੇ ਉਹ ਨੇ ਕਿ ਜੇ ਉਹਨਾਂ ਦੀ ਕੋਈ ਨਿੰਦਾ ਕਰੇ, ਉਹ ਆਪਣੀ ਨਿੰਦਾ ਕਰਨ ਵਾਲਿਆਂ ਤੇ ਵੀ ਪਰਉਪਕਾਰ ਕਰਨ ਦਾ ਗੁਣ ਨਹੀਂ ਤਿਆਗਦੇ, ਉਹਨਾਂ ਤੇ ਵੀ ਪਰਉਪਕਾਰ ਕਰਦੇ। ਐਸਾ ਨਹੀਂ ਕਿ ਉਹ ਆਪਣਾ ਗੁਣ ਗਵਾ ਦਿੰਦੇ ਨੇ। ਰੱਬ ਦੇ ਪਿਆਰਿਆਂ ਵਿੱਚ ਗੁਣ ਹੈ ਕਿ ਉਹ ਪਰਉਪਕਾਰ ਦੀ ਬਿਰਤੀ ਰੱਖਦੇ ਨੇ, ਔਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਉੱਤੇ ਵੀ ਉਹ ਆਪਣੇ ਨਿੰਦਕਾਂ ਤੇ ਵੀ ਪਰਉਪਕਾਰ ਕਰਦੇ। ਕੁਹਾੜੇ ਨਾਲ ਚੰਦਨ ਨੂੰ ਕੱਟੀਏ, ਕੁਹਾੜਾ ਜਿਸ ਵੇਲੇ ਚੰਦਨ ਨੂੰ ਕੱਟ ਰਿਹਾ ਤਾਂ ਚੰਦਨ ਦੀ ਇਹ ਖਾਸੀਅਤ ਹੈ, ਉਹ ਕੱਟਣ ਵਾਲੇ ਕੁਹਾੜੇ ਦੇ ਮੂੰਹ ਨੂੰ ਵੀ ਸੁਗੰਧੀ ਦੇ ਦਿੰਦਾ ਹੈ, ਉਹਨੂੰ ਵੀ ਸੁਗੰਧਿਤ ਕਰ ਦਿੰਦਾ। ਰੱਬ ਦੇ ਪਿਆਰਿਆਂ ਦੀ ਅਵਸਥਾ ਹੈ ਕਿ ਜੇ ਕੋਈ ਉਹਨਾਂ ਦੀ ਨਿੰਦਾ ਕਰੇ ਤਾਂ ਉਹਨਾਂ ਤੇ ਵੀ ਪਰਉਪਕਾਰ ਦੀ ਬਿਰਤੀ ਰੱਖ ਕੇ ਉਹ ਆਪਣਾ ਇਹ ਗੁਣ ਨਹੀਂ ਗਵਾਉਂਦੇ। ਪਰਉਪਕਾਰ ਕਰਨ ਵਾਲਾ ਉਹ ਹਮੇਸ਼ਾ ਪਰਉਪਕਾਰੀ ਬਿਰਤੀ ਰੱਖਦੇ ਔਰ ਪਰਉਪਕਾਰ ਕਰਦੇ ਨੇ। ਐਸੇ ਮਹਾਂਪੁਰਸ਼ਾਂ ਦੇ ਜੀਵਨ ਜਦੋਂ ਪੜ੍ਹੀਦੇ ਹਨ ਤਾਂ ਉਹਨਾਂ ਸਤਿਪੁਰਸ਼ਾਂ ਦੇ ਜੀਵਨਾਂ ਵਿੱਚੋਂ ਐਸੇ ਅਨੇਕਾਂ ਪ੍ਰਮਾਣ ਪ੍ਰਾਪਤ ਹੋ ਜਾਂਦੇ ਨੇ। ਪੜ੍ਹਨਾ ਚਾਹੀਦਾ, ਮਹਾਂਪੁਰਸ਼ਾਂ ਸਾਧੂਆਂ ਦੇ ਜੀਵਨ ਪੜ੍ਹਨੇ ਚਾਹੀਦੇ ਨੇ, ਸਤਿਪੁਰਸ਼ਾਂ ਦੇ ਜੀਵਨ ਪੜ੍ਹਨੇ ਚਾਹੀਦੇ ਨੇ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਦੀ ਜੀਵਨੀ ਮਿਲਦੀ ਆ, ਉਹ ਲੈ ਕੇ ਪੜ੍ਹੋ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੀਵਨੀ ਮਿਲਦੀ ਹੈ, ਉਹ ਲੈ ਕੇ ਪੜ੍ਹੋ। ਸੰਤ ਬਾਬਾ ਅਤਰ ਸਿੰਘ ਜੀ ਜੈਸੇ ਮਹਾਂਪੁਰਸ਼ਾਂ ਦੀ ਜੀਵਨੀ ਮਿਲਦੀ ਹੈ, ਉਹ ਪੜ੍ਹੋ। ਸੇ ਕਨਿਹਆ ਦੇ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਜੀਵਨੀ ਪ੍ਰਾਪਤ ਹੁੰਦੀ ਹੈ, ਉਹ ਲੈ ਕੇ ਪੜ੍ਹੋ। ਭਾਈ ਸਾਹਿਬ ਭਾਈ ਕਨਈਆ ਜੀ ਦੀ ਜੀਵਨੀ ਤੁਹਾਨੂੰ ਪ੍ਰਾਪਤ ਹੋ ਜਾਏਗੀ ਲਿਖੀ ਹੋਈ, ਉਹ ਲੈ ਕੇ ਪੜ੍ਹੋ। ਕਿੰਨੇ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਜੀਵਨ ਲਿਖੇ ਹੋਏ ਮਿਲਦੇ ਨੇ। ਬਾਬਾ ਮਿੱਤ ਸਿੰਘ ਬਾਬਾ ਧਰਮ ਸਿੰਘ ਜੀ ਦੀ ਜੀਵਨੀ, ਜਿਨ੍ਹਾਂ ਨੇ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਤੇ ਸੇਵਾ ਨਿਭਾਈ। ਐਸੀ ਅਤ ਉੱਚ ਅਵਸਥਾ ਦੇ ਮਾਲਕ ਮਹਾਂਪੁਰਸ਼ਾਂ ਦੇ ਅਨੇਕਾਂ ਦੇ ਜੀਵਨ ਸੰਤ ਗੁਰਬਚਨ ਹੋਣਾ ਦਾ ਜੀਵਨ ਪ੍ਰਾਪਤ ਹੁੰਦਾ। ਜਦੋਂ ਪੜ੍ਹੋਗੇ ਤਾਂ ਵੇਖੋਗੇ ਕਿ ਉਹ ਮਹਾਂਪੁਰਸ਼ ਮਹਾਤਮਾ ਕੈਸੀ ਅਵਸਥਾ ਦੇ ਮਾਲਕ ਨੇ। ਆਪਣੇ ਨਿੰਦਕਾਂ ਉੱਤੇ ਵੀ ਪਰਉਪਕਾਰ ਕਰਨ ਦੀ ਬਿਰਤੀ ਰੱਖਦੇ। ਉਹ ਕਹਿੰਦੇ ਜੇ ਨਿੰਦਕ ਆਪਣਾ ਗੁਣ ਨਹੀਂ ਛੱਡਦਾ, ਔਗਣ ਨਹੀਂ ਛੱਡਦਾ, ਉਹ ਨਿੰਦਾ ਕਰਨ ਤੋਂ ਬਾਅਦ ਨਹੀਂ ਆਉਂਦਾ, ਤਾਂ ਅਸੀਂ ਆਪਣਾ ਪਰਉਪਕਾਰ ਕਰਨੇ ਵਾਲਾ ਗੁਣ ਕਿਵੇਂ ਤਿਆਗ ਦਈਏ। ਇਹਦੇ ਬਾਬਤ ਇੱਕ ਕਹਾਣੀ ਮਹਾਂਪੁਰਸ਼ ਸੁਣਾਉਂਦੇ ਐ। ਇੱਕ ਨਦੀ ਦੇ ਕਿਨਾਰੇ ਮਹਾਤਮਾ ਬੈਠੇ ਨੇ, ਇੱਕ ਬਿੱਛੂ ਪਾਣੀ ਵਿੱਚ ਹੈ। ਉਹ ਮਹਾਂਪੁਰਸ਼ ਉਸ ਬਿੱਛੂ ਨੂੰ ਪਾਣੀ ਚੋਂ ਕੱਢਦੇ ਨੇ, ਬਿੱਛੂ ਉਹਨਾਂ ਨੂੰ ਡੰਗ ਮਾਰਦਾ, ਫਿਰ ਡਿੱਗ ਪੈਂਦਾ। ਉਹ ਫਿਰ ਕੱਢਦੇ ਆ, ਫਿਰ ਡੰਗ ਮਾਰਦਾ, ਫਿਰ ਡਿੱਗ ਪੈਂਦਾ। ਏਦਾਂ ਕਈ ਵਾਰ ਹੋ ਗਿਆ ਤੇ ਲਾਗੇ ਇੱਕ ਸੱਜਣ ਖਲੋਤਾ ਸੀ, ਕਹਿਣ ਲੱਗਾ, ਸੰਤ ਜੀ, ਜੇ ਉਹ ਬਿੱਛੂ ਤੁਹਾਨੂੰ ਡੰਗਦਾ ਹੈ ਤਾਂ ਉਹਨੂੰ ਪਾਣੀ ਚੋਂ ਕਿਉਂ ਕੱਢਦੇ? ਕਹਿਣ ਲੱਗੇ, ਜੇ ਬਿੱਛੂ ਹੋ ਕੇ ਆਪਣਾ ਸੁਭਾਅ ਨਹੀਂ ਛੱਡਦਾ ਡੰਗਣ ਵਾਲਾ, ਤਾਂ ਮੈਂ ਇੱਕ ਇਨਸਾਨ ਹੋ ਕੇ ਪਰਉਪਕਾਰ ਕਰਨ ਵਾਲਾ ਸੁਭਾਅ ਕਿਵੇਂ ਤਿਆਗ ਦਿਆਂ? ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ ਤਾਂ ਮੈਂ ਆਪਣਾ ਸੁਭਾਅ ਕਿਵੇਂ ਛੱਡ ਦਿਆਂ?
ਜੇ ਔਗਣੀ ਪੁਰਸ਼, ਉਹਨੂੰ ਪਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਔਗਣ ਮਾੜੇ ਨੇ, ਉਹ ਔਗਣਾਂ ਨੂੰ ਨਹੀਂ ਤਿਆਗਦਾ, ਤਾਂ ਮੈਂ ਗੁਣਾਂ ਨੂੰ ਕਿਵੇਂ ਤਿਆਗ ਦਿਆਂ। ਰੱਬ ਦੇ ਪਿਆਰੇ ਪਰਉਪਕਾਰੀ ਬਿਰਤੀ ਵਾਲਾ ਗੁਣ ਉਹ ਆਪਣੇ ਹਿਰਦੇ ਚੋਂ ਨਹੀਂ ਤਿਆਗਦੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਕਿਵੇਂ ਉਹ ਟਿਕੇ ਰਹਿੰਦੇ ਨੇ ਮਹਾਂਪੁਰਸ਼, ਕਿਵੇਂ ਉਹਨਾਂ ਦਾ ਹਿਰਦਾ ਸ਼ਾਂਤ ਰਹਿੰਦਾ, ਕਿਵੇਂ ਉਹ ਆਪਣਾ ਗੁਣ ਨਹੀਂ ਤਿਆਗਦੇ। ਕਹਿੰਦੇ ਉਹਨਾਂ ਦੀ ਇਹ ਅਵਸਥਾ ਹੈ, ਉਹ ਇਹ ਸੋਚਦੇ ਨੇ ਔਰ ਆਪਣੇ ਹਿਰਦੇ 'ਚ ਮਾਣਦੇ ਨੇ ਕਿ ਜੋ ਕੁਝ ਵੀ ਕਰ ਰਿਹਾ ਉਹ ਮੇਰਾ ਸੁਆਮੀ ਹਰੀ ਆਪ ਕਰ ਰਿਹਾ ਹੈ। ਮਿੱਟੀ ਦੇ ਇਸ ਪੁਤਲੇ ਚੰਦੂ ਦੇ ਵਿੱਚ ਕੀ ਤਾਕਤ ਹੈ ਸਾਨੂੰ ਤੱਤੀ ਤਵੀ ਤੇ ਬਿਠਾਵੇ। ਮੇਰਾ ਮਾਲਕ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਕਰ ਰਿਹਾ। ਮਹਾਰਾਜ ਪੰਚਮ ਪਾਤਸ਼ਾਹ ਦੀ ਇਹੀ ਦ੍ਰਿਸ਼ਟੀ ਸੀ ਨਾ ਕਿ ਕਰਨ ਵਾਲਾ ਤਾਂ ਅਕਾਲ ਪੁਰਖ ਪਰਮੇਸ਼ਰ ਹੈ। ਉਹਨਾਂ ਦੀ ਇਹ ਅਵਸਥਾ ਹੈ ਰੱਬ ਦੇ ਪਿਆਰਿਆਂ ਦੀ। ਉਹ ਕਹਿੰਦੇ ਜੋ ਕੁਝ ਵੀ ਕਰ ਰਿਹਾ ਉਹ ਸੁਆਮੀ ਆਪ ਕਰ ਰਿਹਾ ਤੇ ਆਪ ਹੀ ਸਾਰੀ ਕਾਰ ਕਮਾ ਰਿਹਾ, ਤਾਂ ਮੈਂ ਕਿਸੇ ਨੂੰ ਕੀ ਦੋਸ਼ ਦੇਵਾਂ, ਕਿਵੇਂ ਕਿਸੇ ਨੂੰ ਗੁਨਹਗਾਰ ਤੇ ਅਪਰਾਧੀ ਸਾਬਤ ਕਰਾਂ। ਹਾਂਜੀ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਮਤ ਦਿੰਦਾ ਸਾਰੇ ਜੀਆਂ ਨੂੰ, ਔਰ ਆਪ ਹੀ ਮਤ ਦੇ ਕੇ ਸਾਰੇ ਜੀਆਂ ਨੂੰ ਆਪ ਹੀ ਬੋਲ ਬੁਲਾਉਂਦਾ ਹੈ। ਜੈਸੇ ਬੋਲ ਕਿਸੇ ਦੇ ਮੂੰਹ ਬੁਲਾਉਂਦਾ ਹੈ, ਉਦਾਂ ਦੇ ਬੋਲ ਜੀਵ ਆਪਣੇ ਕਰਮਾਂ ਦੇ ਮੁਤਾਬਕ ਬੋਲਦੇ ਹਨ। ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਪੰਜਾਂ ਤੱਤਾਂ ਦਾ ਵਿਸਥਾਰ ਹਰੀ ਨੇ ਖੁਦ ਕੀਤਾ। ਇਹ ਪੰਜ ਤੱਤ ਬਣੇ, ਪੰਜਾਂ ਤੱਤਾਂ ਦੇ ਸਰੀਰ ਬਣੇ। ਪੰਜ ਤਨ ਮਾਤਰਾਵਾਂ ਬਣੀਆਂ, 17 ਤੱਤਾਂ ਦਾ ਸੂਖਮ ਸਰੀਰ ਬਣਿਆ। ਤੋ ਇਹ ਪੰਜ ਤੱਤ ਜਿਹੜੇ ਹਨ ਇਹਨਾਂ ਦਾ ਵਿਸਥਾਰ ਹਰੀ ਨੇ ਖੁਦ ਕੀਤਾ। ਆਕਾਸ਼, ਜਲ, ਵਾਯੂ, ਧਰਤੀ ਔਰ ਅਗਨੀ, ਇਹਨਾਂ ਪੰਜਾਂ ਤੱਤਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਪਰਮੇਸ਼ਰ ਨੇ ਸਰੀਰ ਦੀ ਰਚਨਾ ਕੀਤੀ। ਸਾਡੀ ਜਿਹੜੀ ਇਹ ਕਾਇਆ ਇਹ ਪਰਮੇਸ਼ਰ ਨੇ ਰਚੀ। ਇਹਦਾ ਵਿਸਥਾਰ ਕਰਕੇ ਇਹਦੇ ਵਿੱਚ ਪਰਮੇਸ਼ਰ ਨੇ ਪੰਜ ਧਾਤੂ ਵੀ ਪਾਏ ਨੇ, ਔਰ ਉਹ ਪੰਜ ਧਾਤੂ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਜਾਂ ਤੱਤਾਂ ਦੇ ਪੰਜ ਵਿਸ਼ੇ ਨੇ, ਉਹ ਵੀ ਪ੍ਰਮਾਤਮਾ ਨੇ ਇਸੇ ਕਾਇਆ ਵਿੱਚ ਪਾਏ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਜਿਹੜਾ ਸ਼ਬਦ ਹੈ ਇਹ ਆਕਾਸ਼ ਤੱਤਵ ਦਾ ਵਿਸ਼ਾ ਹੈ। ਸਪਰਸ਼ ਵਾਯੂ ਤੱਤ ਦਾ ਵਿਸ਼ਾ ਹੈ। ਰਸ ਜਲ ਦਾ ਵਿਸ਼ਾ ਹੈ। ਗੰਧ ਧਰਤੀ ਦਾ ਵਿਸ਼ਾ ਹੈ। ਰੂਪ ਅਗਨੀ ਦਾ ਵਿਸ਼ਾ ਹੈ। ਤੋ ਪੰਜਾਂ ਤੱਤਾਂ ਦਾ ਵਿਸਥਾਰ ਕਰਕੇ ਇਹਦੇ ਵਿੱਚ ਪੰਜ ਧਾਤੂ ਉਹ ਵੀ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਨੇ ਆਪ ਪਾਏ ਹਨ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਾਗਰ ਚੁਕਾਵੇ। ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਤੇ ਤਰਸ ਕਰਕੇ ਸਤਿਗੁਰੂ ਜੀ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲੈਂਦੇ ਹਨ,
ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲੈਂਦੇ ਨੇ ਉਹਨਾਂ ਦੇ ਸਾਰੇ ਝਗੜੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਮਿਟਾ ਦਿੰਦੇ ਨੇ। ਹਰ ਆਪੇ ਝਗਰ ਚੁਕਾਵੈ, ਹਰ ਆਪੇ ਝਗਰ ਚੁਕਾਵੈ। ਆਪੇ ਝਗਰ ਚੁਕਾਵੈ, ਹਰ ਆਪੇ ਝਗਰ ਚੁਕਾਵੈ। ਜਿਨ੍ਹਾਂ ਨੂੰ ਆਪਣੇ ਨਾਲ ਮੇਲਦਾ ਉਹਨਾਂ ਦੇ ਸਾਰੇ ਝਗੜੇ, ਕਾਮ ਕ੍ਰੋਧ ਦੇ, ਜਨਮ ਮਰਨ ਦੇ, ਇਹ ਝਗੜੇ ਵਾਹਿਗੁਰੂ ਜੀ ਆਪ ਹੀ ਮਿਟਾ ਦਿੰਦੇ ਹਨ।